ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਲਗਾਤਾਰ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਹਾਲਾਂਕਿ ਸਵਾਲ ਖੜੇ ਹੋਏ ਨੇ ਲੇਕਿਨ ਹੁਣ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਉਣ ਲੱਗੀਆਂ ਨੇ ਜਿਸ ਤੋਂ ਬਾਅਦ ਸਰਕਾਰਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗੇ ਨੇ ਕਿਉਂਕਿ ਤਸਵੀਰਾਂ ਹੀ ਕੁਝ ਅਜਿਹੀਆਂ ਵਾਇਰਲ ਹੋ ਰਹੀਆਂ ਨੇ। ਦੱਸ ਦਈਏ ਕਿ ਬੀਤੇ ਦਿਨੀ ਜੋ ਸਿੰਘੂ ਬਾਰਡਰ ਕਤਲकांड ਹੋਇਆ ਸੀ ਉਸ ਦੇ ਪ੍ਰਤੀ ਜੋ ਹੈ ਬਾਬਾ ਅਮਨ ਸਿੰਘ ਹੋਰਾਂ ਨੇ ਉਹਨਾਂ ਦੀ ਜਥੇਬੰਦੀ ਨੇ ਇਸ ਪੂਰੇ ਮਾਮਲੇ ਦੀ ਜੋ ਹੈ ਜ਼ਿੰਮੇਵਾਰੀ ਲਈ ਸੀ। ਉਸ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਤੇ ਬਾਬਾ ਅਮਨ ਸਿੰਘ ਉਹਨਾਂ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਉਹਨਾਂ ਦੇ ਨਾਲ ਜੋ ਹੈ ਫੋਟੋ ਵਾਇਰਲ ਹੁੰਦੀਆਂ ਨੇ। ਇੱਥੋਂ ਤੱਕ ਕਿ ਉਹਨਾਂ ਦੇ ਨਾਲ ਜੋ ਰੋਟੀ ਪਾਣੀ ਖਾਧੀ ਗਈ ਹੈ, ਖਾਣਾ ਵੀ ਸਾਂਝਾ ਕੀਤਾ ਗਿਆ, ਉਸ ਦੀ ਵੀ ਫੋਟੋ ਵਾਇਰਲ ਹੋ ਰਹੀ ਹੈ। ਇਸ ਨੂੰ ਲੈ ਕੇ ਵੱਖੋ ਵੱਖ ਜੋ ਆ ਮੀਡੀਆ ਬਾਬਾ ਅਮਨ ਸਿੰਘ ਨੂੰ ਫੋਨ ਕਰਕੇ ਸਵਾਲ ਪੁੱਛ ਰਿਹਾ ਲੇਕਿਨ ਕੋਈ ਪੁਖਤਾ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਿਹਾ ਬਾਬਾ ਅਮਨ ਸਿੰਘ। ਲੇਕਿਨ ਉਸ ਤੋਂ ਬਾਅਦ ਇੱਕ ਜ਼ਰੂਰ ਵਿਦੇਸ਼ੀ ਜੋ ਹੈ ਇੱਕ ਵਿਦੇਸ਼ ਤੋਂ ਕਾਲ ਆਉਂਦੀ ਹੈ, ਉਸ ਨੂੰ ਜ਼ਰੂਰ ਗੱਲਬਾਤ ਤਫਸੀਲ ਦੇ ਨਾਲ ਕੀਤੀ ਬਾਬਾ ਅਮਨ ਸਿੰਘ ਉਹਨਾਂ ਨੇ। ਲੇਕਿਨ ਹਾਲੇ ਤੱਕ ਇਸ ਸੰਦਰਭ ਦੇ ਵਿੱਚ ਕਾਫੀ ਆਡੀਓ ਵੀ ਵਾਇਰਲ ਹੋਈਆਂ ਨੇ ਬਾਬਾ ਅਮਨ ਸਿੰਘ ਉਹਨਾਂ ਦੀਆਂ। ਪੂਰਾ ਮਾਮਲਾ ਹਾਲਾਂਕਿ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕੋਈ ਵੀ ਕਨਫਰਮੇਸ਼ਨ नहीं है। इतों तक कि बाबे ਨੂੰ ਪੁੱਛਿਆ ਜਾ ਰਿਹਾ ਬਾਬਾ ਅਮਨ ਸਿੰਘ ਨੂੰ ਕਿ ਪ੍ਰੈਸ ਕਾਨਫਰੰਸ ਕਰੋਗੇ ਕੋਈ, ਠੀਕ ਹੈ ਉਹ ਕਹਿ ਰਹੇ ਨੇ ਪ੍ਰੈਸ ਕਾਨਫਰੰਸ ਕਰਾਂਗੇ, ਪੂਰੇ ਤੱਥ ਦੇ ਆਧਾਰ ਤੇ ਗੱਲਬਾਤ ਕਰਾਂਗੇ। ਲੇਕਿਨ ਹਲੇ ਤੱਕ ਸਵਾਲ ਲਗਾਤਾਰ ਬਰਕਰਾਰ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਜੋ ਹੈ ਕਤਲ ਕੀਤਾ ਗਿਆ ਸੀ ਉੱਥੇ ਸਿੰਘੂ ਬਾਰਡਰ ਦੇ ਉੱਪਰ, ਉਸ ਨੂੰ ਕਤਲ ਕਹਿ ਲਓ ਜਾਂ ਫਿਰ ਕਿਹੜੇ ਵੀ ਆਪਣੇ ਸ਼ਬਦਾਂ ਦੇ ਵਿੱਚ ਤੁਸੀਂ ਉਸ ਨੂੰ ਕਹਿ ਸਕਦੇ ਹੋ ਜਾਂ ਫਿਰ ਸੋਧਾ ਲਾ ਦਿੱਤਾ ਹੋਏ, ਯਾਨੀ ਕਿ ਹਰੇਕ ਮਤਲਬ ਕਿ ਉਸ ਚੀਜ਼ ਨੂੰ ਅਸੀਂ ਉਸ ਹਿਸਾਬ ਦੇ ਨਾਲ ਨਹੀਂ ਦੁਹਰਾ ਰਹੇ ਲੇਕਿਨ ਫਿਰ ਵੀ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਗੱਲ ਹੈ ਇਸ ਚੀਜ਼ ਨੂੰ ਪੂਰੀ ਚੀਜ਼ ਨੂੰ ਸਮਝਣਾ ਕਿਉਂਕਿ ਕਿਸਾਨੀ ਅੰਦੋਲਨ ਦੇ ਨਾਲ ਹੀ ਮਤਲਬ ਕਿਤੇ ਨਾ ਕਿਤੇ ਜੋੜਿਆ ਜਾ ਰਿਹਾ। ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਹਰੇਕ ਤਸਵੀਰ ਦੇ ਉੱਪਰ, ਹਰੇਕ ਆਡੀਓ ਦੇ ਉੱਪਰ, ਤਾਂ ਹੀ ਲਗਾਤਾਰ ਜੋ ਹੈ ਪੂਰੀ ਬਰੀਕੀ ਦੇ ਨਾਲ ਹਰੇਕ ਮਾਮਲੇ ਨੂੰ ਪੜਚੋਲਿਆ ਜਾ ਰਿਹਾ। ਤੇ ਪੂਰੇ ਮਾਮਲੇ ਤੇ ਤਫਸੀਲ ਦੇ ਨਾਲ ਗੱਲਬਾਤ ਕਰਾਂਗੇ, ਵਿਚਾਰ ਵੀ ਕਰਾਂਗੇ ਕਿਉਂਕਿ ਕਾਫੀ ਅਹਿਮ ਹੈ, ਕਾਫੀ ਜ਼ਰੂਰੀ ਹੈ। ਤੇ ਸਾਡੇ ਨਾਲ ਮੌਜੂਦ ਨੇ ਜਸਪ੍ਰੀਤ ਅਸ਼ਕ ਜੀ। ਜਸਪ੍ਰੀਤ ਜੀ, ਕਾਫੀ ਜ਼ਰੂਰੀ ਹੋ ਚੁੱਕਿਆ ਹੁਣ ਪੂਰੇ ਮਾਮਲੇ ਦੇ ਉੱਪਰ ਤਫਸੀਲ ਦੇ ਨਾਲ ਗੱਲਬਾਤ ਕਰਨਾ। ਕੀ ਲੱਗਦਾ ਆਡੀਓ ਵੀ ਵਾਇਰਲ ਹੋ ਰਹੀਆਂ ਨੇ ਬਾਬਾ ਮਨ ਸਿੰਘ ਉਹਨਾਂ ਦੀਆਂ, ਉਹਨਾਂ 'ਚ ਕਿੰਨੀ ਕੁ ਸੱਚਾਈ ਹੈ ਜਾਂ ਫਿਰ ਜਿਹੜੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਉਹਨਾਂ 'ਚ ਕਿੰਨੀ ਕੁ ਸੱਚਾਈ ਲੱਗਦੀ ਤੁਹਾਨੂੰ? ਦੇਖੋ ਕਿ ਇੱਕ ਫੋਟੋਆਂ ਜਿਹੜੀਆਂ ਵਾਇਰਲ ਹੋਣੀਆਂ ਐਡੀਟਡ ਫੋਟੋ ਨਹੀਂ ਲੱਗਦੀਆਂ ਹੈਗੀਆਂ। ਕਲੀਅਰਲੀ ਪਹਿਲੀ ਗੱਲ ਇਹ ਇੱਥੋਂ ਆਉਂਦੀ ਹੈ, ਇੱਕ ਫੋਟੋ ਵਾਇਰਲ ਹੁੰਦੀ ਆ ਜਿੱਥੇ ਕਿ ਕੁਝ ਕੁ ਆਡੀਓ ਦੇ ਵਿੱਚ ਖੁਦ ਬਾਬਾ ਅਮਨ ਦੀ ਮੰਨਦੇ ਨੇ ਗੱਲ ਨੂੰ ਕਿ ਉਹ ਉਹਨਾਂ ਦੀਆਂ ਹੀ ਫੋਟੋਆਂ ਨੇ, ਪਰ ਉਹ ਇਹ ਫੋਟੋਆਂ ਜਾਂਦੀਆਂ ਕਿ ਜਦੋਂ ਤੋਮਰ ਹੋਣਾ ਨੂੰ ਬੇਅਦਬੀਆਂ ਨੂੰ ਲੈ ਕੇ ਮਿਲਣ ਗਏ ਆ ਵੀ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਇੱਕ ਮੇਲ ਕੀਤੀ ਸੀ ਮਾਨਯੋਗ ਰਾਸ਼ਟਰਪਤੀ ਨੂੰ, ਗਵਰਨਰ ਨੂੰ, ਖੇਤੀਬਾੜੀ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ ਵੀ ਬੇਅਦਬੀਆਂ ਹੋ ਰਹੀਆਂ। ਉਹ 'ਚ ਵੀ ਕਿਤੇ ਨਾ ਕਿਤੇ ਸ਼ੰਕਾ ਜ਼ਾਹਿਰ ਹੁੰਦੀ ਹੈ। ਦੇਖੋ ਰਾਸ਼ਟਰਪਤੀ ਨੂੰ ਕਰਨੀ ਬਣਦੀ ਹੈ, ਕਰ ਦਿੱਤੀ ਹੈ, ਪ੍ਰਧਾਨ ਮੰਤਰੀ ਨੂੰ ਕਰਨੀ ਬਣਦੀ ਹੈ, ਕਰਤੀ ਹੈ, ਗਵਰਨਰ ਨੂੰ ਕਰਨੀ ਬਣਦੀ ਹੈ, ਹੋਰ ਕਿਸੇ ਨੂੰ ਬਣਿਆ, ਪਰ ਖੇਤੀਬਾੜੀ ਮੰਤਰੀ ਦੇ ਇਹਨਾਂ ਨਾਲ ਲੈਣਾ ਦੇਣਾ ਕੀ ਹੈਗਾ ਵੀ ਉਹਨਾਂ ਨੂੰ ਮੇਲ ਕਿਉਂ ਕਰਨੀ ਬਣਦੀ ਹੈ। ਫਿਰ ਜੇ ਮੁਲਾਕਾਤ ਹੁੰਦੀ ਹੈ ਤੇ ਖੇਤੀਬਾੜੀ ਮੰਤਰੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੈ, ਉਹ ਸਰੋਪੇ ਦਿੰਦੇ ਇੱਕ ਫੋਟੋ 'ਚ ਨਜ਼ਰ ਆ ਰਹੇ ਨੇ। ਹਾਲਾਂਕਿ ਬਹੁਤ ਸਾਰੇ ਹੋਰ ਸਵਾਲ ਖੜੇ ਹੋ ਰਹੇ ਆ ਜਿਸ ਨੂੰ ਲੈ ਕੇ ਉਹਨਾਂ ਦਾ ਇਹ ਕਹਿਣਾ ਕਿ ਮੈਂ ਪ੍ਰੈਸ ਕਾਨਫਰੰਸ ਕਰਕੇ ਵਿਦ ਪ੍ਰੂਫ ਵੀ ਕਰਾਂਗਾ, ਇਸ ਦੀ ਜਾਣਕਾਰੀ ਦੇਵਾਂਗਾ ਤੇ ਤਾਂ ਕਿ ਸਾਰੀ ਸੰਗਤ ਨੂੰ ਪਤਾ ਲੱਗ ਸਕੇ ਸੱਚਾਈ ਕੀ ਹੈਗੀ ਆ। ਦੇਖੋ ਆਪਣੇ ਸਵਾਲਾਂ 'ਚ ਵੀ ਉਹ ਫਸਦੇ ਜਾ ਰਹੇ ਨੇ ਘੇਰੇ ਦੇ ਵਿੱਚ। ਗੱਲ ਕੀ ਹੈ ਕਿ ਮੁਲਾਕਾਤ ਹੁਣ ਕਾਦੀ ਹੈ ਤਾਂ ਅਸੀਂ ਵੀ ਜਸਟੀਫਾਈ ਨਹੀਂ ਕਰ ਸਕਦੇ। ਹੋ ਸਕਦਾ ਜਿਹੜੀ ਇੱਕ ਫੋਟੋ ਹੈ ਉਹ ਕਈ ਪਿਛਲੇ ਬਹੁਤ ਟਾਈਮ ਦੀ ਹੋਵੇ ਕਿਉਂਕਿ, ਪਰ ਅੱਜ ਇੱਕਦਮ ਵਾਇਰਲ ਕਰਨਾ, ਦੇਖੋ ਦੋ ਪਾਸੇ ਨੂੰ ਦੇਖਦੇ ਹਾਂ। ਇੱਕ ਪਾਸੇ ਇਹ ਹੁੰਦਾ ਕਿ ਪਹਿਲਾਂ ਉਹ ਕਤਲ ਹੁੰਦਾ ਜਾਂ ਸੌਦਾ ਲਾਇਆ ਜਾਂਦਾ ਜੋ ਕਹਿੰਦੇ ਨੇ ਉਸ ਵਿਅਕਤੀ ਦਾ, ਉਹਦੇ 'ਤੇ ਇਲਜ਼ਾਮ ਲਾ ਕੇ ਕਿ ਜਾਂ ਇਲਜ਼ਾਮ ਲੱਗਦਾ ਜਾਂ ਉਹਨੂੰ ਟਾਰਗੇਟ ਕੀਤਾ ਜਾਂਦਾ ਕਿ ਬੇਅਦਬੀਆਂ ਕਰ ਰਿਹਾ ਸੀ। ਉਹਦੀ ਬੇਅਦਬੀ ਦਾ ਹਾਲਾਂਕਿ ਕੋਈ ਪ੍ਰੂਫ ਨਹੀਂ ਜਾਣੀ, ਉਸ ਉੱਤੇ ਅਸੀਂ ਨਹੀਂ ਜਾਂਦੇ, ਪਰ ਇਹ ਜ਼ਰੂਰ ਹੈ ਕਿ ਉਹਨੂੰ ਲੈ ਕੇ ਉਹਦਾ ਸੌਦਾ ਲਾ ਦਿੱਤਾ ਜਾਂਦਾ, ਜਾਣੀ ਕਿ ਉਹਨੂੰ ਵੱਢ ਕੇ ਟੰਗ ਦਿੱਤਾ ਜਾਂਦਾ। ਉਸ ਤੋਂ ਬਾਅਦ ਜ਼ਿੰਮੇਵਾਰੀ ਵੀ ਲੈਂਦੇ ਨੇ। ਜ਼ਿੰਮੇਵਾਰੀ ਲੈਣ ਵਾਲੇ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਬਾਬਾ ਅਮਨਦੀਪ ਜੀ ਦੀ ਜਿਹੜੀ ਹੈਗੀ ਆ ਇੱਕ ਸਥਾਨ ਹੈਗਾ ਉਹਨਾਂ ਦੇ, ਉਹਦੇ ਵਿੱਚ ਇੱਕ ਜਥੇਦਾਰ ਦੇ ਤੌਰ ਦਾ ਸਥਾਨ ਹੈਗਾ। ਅਤੇ ਉਹ ਜਦ ਉਹਨਾਂ ਦੀ ਫੋਟੋ ਥੋੜ੍ਹਾ ਟਾਈਮ ਨਿਕਲਦਾ, ਕਈ ਲੋਕ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਖੜ੍ਹੇ ਨਜ਼ਰ ਆਉਂਦੇ ਨੇ, ਕਈ ਉਹਨਾਂ ਦੇ ਉਲਟ ਖੜ੍ਹੇ ਨਜ਼ਰ ਆਉਂਦੇ ਆ, ਕਈ ਇਹਨੂੰ ਦੱਸਦੇ ਨੇ ਕਿ RS ਦੀ ਇਹ ਗੇਮ ਹੈਗੀ ਆ, RSS ਇਹਨੂੰ ਜਾਣ ਬੁੱਝ ਕੇ ਜਿਹੜੀ ਤਵੱਜੋ ਦੇ ਰਹੀ ਆ ਜਾਂ ਖਰਾਬ ਕਰਨਾ ਚਾਹੁੰਦੀ, ਇਸ ਕਰਕੇ ਕਰਵਾਇਆ ਗਿਆ। ਕਈ ਲੋਕ ਇਹ ਦੱਸਦੇ ਨੇ ਵੀ ਧਾਰਮਿਕ ਤੌਰ 'ਤੇ ਬਿਲਕੁਲ ਜ਼ਿਆਦਾ ਸਹੀ ਹੋਇਆ ਸੀ ਜੋ ਹੋਇਆ। ਉਹੀ ਫਿਰ ਜਿਹੜਾ ਫੋਟੋ ਹੁਣ ਵਾਇਰਲ ਹੋਈਆਂ, ਫੋਟੋਆਂ ਸੋਸ਼ਲ ਮੀਡੀਆ 'ਤੇ ਗਈਆਂ ਨੇ, ਉਹਦੇ ਨਾਲ ਫਿਰ ਇਹ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਨੇ। ਕੋਈ ਲੋਕ ਉਹਨੂੰ ਕਹਿ ਰਹੇ ਨੇ ਕਿ ਇਹ ਪਹਿਲਾਂ ਹੀ ਕਲੀਅਰ ਹੋ ਚੁੱਕਿਆ ਵੀ ਇਹ RSS ਦੀ ਗੇਮ ਸੀ, ਨਿਹੰਗ ਸਿੰਘ ਜਥੇਬੰਦੀ ਮਿਲੀ ਹੋਈ ਹੈ, ਇਹਨਾਂ ਨੇ ਕੰਮ ਕੀਤਾ। ਕਈ ਲੋਕ ਉੱਥੇ ਫਿਰ ਇਹ ਗੱਲ ਕਰਦੇ ਆ ਰਹੇ ਨੇ ਵੀ ਹੋ ਸਕਦਾ ਕੋਈ ਨਿੱਜੀ ਕਾਰਨ ਕਰਕੇ ਮਿਲਾਪ ਹੋਵੇ, ਇਹਨੂੰ ਅਸੀਂ ਇਸ ਤਰੀਕੇ ਨਾਲ ਨਹੀਂ ਦੇਖ ਸਕਦੇ ਜਦ ਤੱਕ ਖੁੱਲ੍ਹ ਕੇ ਗੱਲ ਕਰਦੇ। ਪਰ ਜਿਵੇਂ ਆਡੀਓ ਦੀ ਗੱਲ ਕਰ ਲਏ, ਹੁਣ ਆਡੀਓ ਵੀਡੀਓ ਫੋਟੋ ਦੇ ਵਿੱਚ ਇੱਕ ਹੋਰ ਗੱਲ ਹੈਗੀ ਆ, ਉਹ ਪ੍ਰੂਫ ਦੀ ਵੀ ਆਪਾਂ ਗੱਲ ਕਰਦੇ ਹਾਂ, ਪਰ ਪਹਿਲਾਂ ਆਡੀਓ ਦੀ ਗੱਲ ਕਰ ਲਈਏ। ਆਡੀਓ ਦੇ ਵਿੱਚ ਜਿਵੇਂ
ਜਿਵੇਂ ਬਾਬਾ ਅਮਨਦੀਪ ਗੱਲ ਕਰਦੇ ਨਜ਼ਰ ਆ ਰਹੇ ਤਾਂ ਇਸ ਤੋਂ ਕਲੀਅਰ ਹੁੰਦਾ ਕਿ ਕਿਤੇ ਨਾ ਕਿਤੇ ਕੁਛ ਤਾਂ ਗੱਲਬਾਤ ਹੈ ਜਿਹਨੂੰ ਉਹ ਲੁਕਾਉਣਾ ਚਾਹੁੰਦੇ ਜਾਂ ਕਲੀਅਰ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਉਹਨਾਂ ਨੇ ਕਲੀਅਰ ਕਰਨ ਦੀ ਗੱਲ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ, ਪਰ ਪ੍ਰੈਸ ਕਾਨਫਰੰਸ ਕਦ ਹੋਊਗੀ ਕਿਵੇਂ ਹੋਊਗੀ ਇਸ ਬਾਰੇ ਕੋਈ ਨਹੀਂ। ਜੇ ਉਹਨਾਂ ਨੇ ਮੇਲ ਕੀਤੀ ਹੋਈ ਹੈ ਤਾਂ ਬਹੁਤ ਵਧੀਆ ਗੱਲ ਆ, ਹੋ ਸਕਦਾ ਮੇਲ ਦੇ ਪ੍ਰੂਫ ਹੋਣ। ਮੇਲ ਤਾਂ ਕਿਉਂਕਿ ਔਨ ਰਿਕਾਰਡ ਹੈ, ਇੱਧਰੋਂ ਨਹੀਂ ਤਾਂ ਉੱਧਰੋਂ ਆ ਜੂਗੀ, ਸਰਵਰ ਤੋਂ ਮਿਲ ਜੂਗੀ, ਉਹਦਾ ਪ੍ਰੂਫ ਹੋ ਜੂ, ਹੋਰ ਪ੍ਰੂਫ ਹੋ ਜਾਣਗੇ। ਪਰ ਇਹ ਸਾਰੀ ਪਿਕਚਰ ਦੇ ਵਿੱਚ ਇੱਕ ਜੋ ਅੱਜ ਟਵੀਟ ਕੀਤਾ ਆ ਸੁਨੀਲ ਜਾਖੜ ਨੇ, ਉਹ ਇੰਪੋਰਟੈਂਟ ਹੈ। ਉਹਨਾਂ ਦਾ ਕਹਿਣਾ ਆ ਕਿ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ, ਉਹਨਾਂ ਨੇ ਸ਼ਬਦ ਯੂਜ਼ ਕੀਤਾ। ਫਿਰ ਉਹਨਾਂ ਨੇ ਥੱਲੇ ਪੰਜਾਬੀ ਟ੍ਰਿਬਿਊਨ ਦੀ ਇੱਕ ਪੋਸਟ ਨੂੰ, ਖਬਰ ਨੂੰ ਸ਼ੇਅਰ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਹਿਸਾਬ ਲਾਓ ਵੀ ਜਿਹੜੇ ਕਹਿਣ ਦਾ ਭਾਵ ਇਹ ਹੈਗਾ ਵੀ ਜਿੰਨੇ ਵੀ ਇਹ ਕੰਮ ਕਰ ਰਹੇ ਉਹਨਾਂ ਦੇ ਦੋਸਤ ਮਿੱਤਰ ਯਾਰੀ ਵੀ ਉਹੀ ਜਿਹੀ ਆ। ਖਾਸ ਕਰਕੇ ਉਹਨਾਂ ਨੇ ਟਾਰਗੇਟ ਕੀਤਾ ਪਿੰਕੀ ਟੌਡ ਨੂੰ। ਪਿੰਕੀ ਦੀ ਫੋਟੋ ਨਜ਼ਰ ਆਉਂਦੀ ਹੈ ਸਾਫ਼ ਤੌਰ 'ਤੇ ਪਿੱਛੇ ਖੜੇ ਦੀ। ਹੁਣ ਮੁਲਾਕਾਤ ਕਰਵਾਉਣ ਵਾਲਾ ਕੌਣ ਹੈ? ਸਾਰੇ ਲੋਕ ਜਾਣਦੇ ਆ ਕਿ ਪਿੰਕੀ ਕੌਣ ਹੈ। ਪਿੰਕੀ ਟੌਡ ਨੇ ਕਿਸ ਤਰੀਕੇ ਨਾਲ, ਉਹਨਾਂ ਨੇ ਗੱਲ ਕਹੀ ਸੀ ਪੁਲਿਸ ਕਿਸ ਤਰੀਕੇ ਨਾਲ ਖਾੜਕੂ ਬਣਾਉਂਦੀ ਹੈ, ਕਿਸ ਤਰੀਕੇ ਨਾਲ ਉਹਨਾਂ ਨੂੰ ਕਰਦੀ ਸੀ, ਅਸੀਂ ਕੀ ਰੋਲ ਅਦਾ ਕੀਤੇ, ਉਹ ਸਭ ਭਲੀ ਭਾਤੀ ਸਾਰੇ ਜਾਣਦੇ, ਅਸੀਂ ਉਸ 'ਤੇ ਨਹੀਂ ਜਾਂਦੇ। ਪਰ ਉਹ ਵਿੱਚ ਸਿਨੈਰੀਓ ਦੇ ਵਿੱਚ ਖੜਨਾ ਅਤੇ ਉਹ ਸਰਕਾਰ ਨੂੰ ਮਿਲਣਾ। ਫਿਰ ਸੁਨੀਲ ਜਾਖੜ ਦਾ ਟਵੀਟ ਕਲੀਅਰ ਕਰ ਦਿੰਦਾ ਵੀ ਇੱਕ ਹੁੰਦਾ ਵੀ ਦੋਸਤ ਦਾ ਦੁਸ਼ਮਣ ਦੋਸਤ, ਇਹ ਕਹਾਵਤ ਹੁੰਦੀ ਆ, ਉਹ ਵੀ ਇੱਥੇ ਕਿਤੇ ਨਾ ਕਿਤੇ ਫਿੱਟ ਪੈਂਦੀ ਆ। ਪਰ ਹੁਣ ਇਹ ਹੈਗਾ ਵੀ ਮੁਲਾਕਾਤ ਹੋ ਗਈ, ਚਲੋ ਇੱਕ ਡਿਫਰੈਂਟ ਮੈਟਰ ਹੈ। ਇਹਦੇ ਵਿੱਚ ਪਿੰਕੀ ਜਦ ਐਡ ਹੋ ਗਿਆ ਮੁਲਾਕਾਤ ਦੇ, ਤਾਂ ਉਹਦੇ ਵਿੱਚ ਹੋਰ ਉਹ ਅੰਡਰਲਾਈਨ ਗੱਲ ਹੋ ਗਈ ਵੀ ਇਹ ਮੁਲਾਕਾਤ ਕਿਸ ਪਰਪਸ ਤੋਂ ਹੈਗੀ ਆ। ਮਤਲਬ ਕੋਈ ਵਿੱਚ ਹੈ ਜੋ ਜਿਸਨੇ ਮੁਲਾਕਾਤ ਕਰਾਉਣ ਦੀ ਕੋਸ਼ਿਸ਼ ਕੀਤੀ। ਇੱਕ ਹੋਰ ਗੱਲਬਾਤ ਕਰੂੰਗਾ, ਬੜੀ ਅਹਿਮ ਗੱਲਬਾਤ ਹੈ, ਜੋ ਫੋਟੋ ਵੀ ਚੱਲ ਰਹੀ ਹੈ ਲਗਾਤਾਰ, ਇੱਕ ਖਾਣੇ ਦੀ ਫੋਟੋ ਸਾਂਝੀ ਕੀਤੀ ਗਈ ਹੈ ਕਿ ਖਾਣਾ ਖਾ ਰਹੇ ਨੇ। ਹਾਲਾਂਕਿ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਚੱਲ ਰਹੀ ਸੀ 11-12 ਦੌਰ ਦੀ, ਤਾਂ ਉਸ ਵਕਤ ਉਹਨਾਂ ਨੇ ਆਫਰ ਵੀ ਕੀਤੀ ਸੀ, ਲੇਕਿਨ ਕਿਸਾਨਾਂ ਨੇ ਮਨਾ ਕਰਤਾ ਸੀ। ਗੱਲ ਦੱਸਾਂ, ਜਿੱਥੇ ਨੇੜਤਾ ਦਿਖਾਉਣੀ ਹੁੰਦੀ ਹੈ ਨਾ, ਤਾਂ ਅਸੀਂ ਖਾਣੇ ਦੇ ਟੇਬਲ 'ਤੇ ਚਲੇ ਜਾਂਦੇ ਹਾਂ। ਇਹ ਨੇੜਤਾ ਦਾ ਇੱਕ ਸਾਧਨ ਹੈ, ਇੱਕ ਦੂਜੇ ਨੂੰ ਨੇੜਤਾ ਰੱਖਣਾ। ਇਹ ਜਦ ਅਸੀਂ ਕਮਿਊਨੀਕੇਸ਼ਨ ਪੜ੍ਹਦੇ ਹਾਂ ਨਾ ਜਰਨਲਿਜ਼ਮ 'ਚ, ਕਿਸੇ ਸਿਖਾਇਆ ਜਾਂਦਾ ਤੁਸੀਂ ਨੇੜਤਾ ਕਿਵੇਂ ਵਧਾਉਣੀ ਆ। ਤੁਸੀਂ ਪਹਿਲਾਂ ਨੇੜੇ ਹੋਵੋਗੇ ਤਾਂ ਤੁਸੀਂ ਕੰਫਰਟੇਬਲ ਬੰਦੇ ਨੂੰ ਕਰ ਲਓ, ਤੁਸੀਂ ਜੋ ਮਰਜ਼ੀ ਕਰਵਾ ਲਓ। ਉਹ ਕੰਫਰਟੇਬਲ ਜ਼ੋਨ ਦੇ ਵਿੱਚ ਸੀ। ਪਰ ਇੰਪੋਰਟੈਂਟ ਕੁਐਸਚਨ ਇੱਥੇ ਇਹ ਹੈਗਾ ਕਿ ਫੋਟੋ ਵਾਇਰਲ ਕਿਹਨੇ ਕੀਤੀਆਂ। ਵੱਡਾ ਸਵਾਲ ਇਹ ਆ। ਫੋਟੋਆਂ ਦੇਖੋ, ਇਹ ਜਾਂ ਤਾਂ ਉਹ ਪਰਮਾਤਮਾ ਜਿਹਨੇ ਕਿਸੇ ਨੂੰ ਅਕਲ ਬਖਸ਼ੀ ਵੀ ਹੁਣ ਟਾਈਮ ਹੈ ਫੋਟੋ ਆਉਣ ਦਾ, ਕਿਉਂਕਿ 2 ਵਾਰੀ, ਇੱਕ ਵਾਰੀ 26 ਜਨਵਰੀ ਦੀ ਘਟਨਾ ਹੋ ਗਈ, ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਢਾਹ ਲੱਗੀ ਪੂਰੀ ਤਰ੍ਹਾਂ, ਪਰ ਉਹ ਵਾਹਿਗੁਰੂ ਨੇ ਹੱਥ ਮੇਰ ਦਾ ਰੱਖਿਆ, ਬਚ ਗਿਆ। ਹੁਣ ਇਹ ਫਿਰ ਉਹੀ ਚੀਜ਼ ਚੱਲ ਰਹੀ ਪਈ ਸੀ। ਹੁਣ ਕੀ ਹੋ ਗਿਆ ਸੀ, ਕਿਸਾਨ ਵਰਸਿਸ ਨਿਹੰਗ ਸਿੰਘ ਆ ਗਏ ਸੀ, ਕਿਤੇ ਨਾ ਕਿਤੇ ਉਹ ਗੱਲ ਆ ਰਹੀ ਸੀ। ਜਦ ਤੋਂ ਪਹਿਲਾਂ ਗੱਲ ਕਰੋ ਤਾਂ ਬਹੁਤ ਟਾਈਮ ਪਹਿਲਾਂ ਜਦ ਰਾਜੇਵਾਲ ਹੋਣਾ ਨੇ ਬਿਆਨ ਦਿੱਤਾ ਸੀਗਾ ਨਿਸ਼ਾਨ ਸਾਹਿਬ ਨੂੰ ਲੈ ਕੇ, ਤਦ ਵੀ ਇਹ ਇਸ਼ੂ ਖੜਾ ਹੋਇਆ ਸੀ। ਪਰ ਜਦ ਬੜੀ ਸਮਝਦਾਰੀ ਨਾਲ ਕੰਮ ਚੱਲਿਆ ਦੋਹਾਂ ਪੱਖੋਂ। ਹੁਣ ਕੀ ਆ ਕਿ ਕਿਤੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਕਿ ਕੁਛ ਐਸੀ ਗੱਲ ਤਾਂ ਨਹੀਂ ਹੋ ਰਹੀ, ਕਿਉਂਕਿ ਜੇ ਇਹਦੀ ਗੱਲ ਕਰੀਏ ਅਸੀਂ ਢੱਡੇ ਵਾਲਾ, ਅਸੀਂ ਹਰ ਉਸ ਵਿਅਕਤੀ ਦੇ ਬਿਆਨ ਨੂੰ ਗੱਲ ਕਰ ਰਹੇ ਹਾਂ ਜਿਹੜਾ ਕਿ ਔਨ ਰਿਕਾਰਡ ਪਿਆ, ਜਿਹਨੂੰ ਲੈ ਕੇ ਕੋਈ ਮਨਗੜਤ ਜਾਂ ਅਸੀਂ ਆਪਣੇ ਕੋਲੋਂ ਗੱਲ ਨਹੀਂ ਕਰ ਰਹੇ। ਹੁਣ ਢੱਡੀਆਂ ਵਾਲੇ ਦੇ ਬਿਆਨ ਸੁਣ ਲਓ, ਉਹ ਕਹਿੰਦੇ ਨੇ ਵੀ ਭਾਈ CCTV ਕੈਮਰੇ ਜੇ ਲੱਗੇ ਹੁਣ ਉਹ ਗੁਰਦੁਆਰੇ ਸਾਨੂੰ ਜਾਣਾ ਪੈਣਾ। ਕਈ ਲੋਕ ਆਪਣੀ ਪਰਸਨਲ ਰੰਜਿਸ਼ਾਂ ਉਹਨਾਂ ਸਿਰ 'ਤੇ ਵੀ ਕੱਢਣਗੇ। ਉਹ ਪੱਖ ਤੋਂ ਦੇਖੀਏ ਤਾਂ ਬਿਲਕੁਲ ਇਹ ਗੱਲ ਤਸਵੀਰ ਕੁਛ ਹੋਰ ਨਜ਼ਰ ਆ ਰਹੀ ਹੈ, ਜਿਸ ਨੂੰ ਲੈ ਕੇ ਹਾਲਾਂਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਲਲਕਾਰ ਲਿਆ ਵੀ ਅਸੀਂ ਗੱਲ ਕਰਾਂਗੇ, ਪਰ ਇਹ ਸਹੀ ਨਹੀਂ ਹੈਗਾ। ਪਰ ਮੈਂ ਇੱਕ ਗੱਲ ਕਰਦਾ, ਇੱਕ ਬਾਣੇ ਦੀ ਪਵਿੱਤਰਤਾ ਹੈ, ਇੱਕ ਹਰ ਧਰਮ ਦੀ ਪਵਿੱਤਰਤਾ। ਉਹ ਪਵਿੱਤਰਤਾ ਨੂੰ ਜਦ ਤੁਸੀਂ ਆਪਣੇ ਨਾਲ ਜੋੜ ਕੇ ਜੇ ਆਪਣੇ ਲਈ ਵਰਤ ਕੇ ਕੰਮ ਕਰੋਗੇ ਨਾ, ਤਾਂ ਰਿਜ਼ਲਟ ਜਿਹੜੇ ਉਹ ਮਾੜੇ ਰਹਿੰਦੇ ਨੇ, ਉਹ ਸਹੀ ਨਹੀਂ ਹੁੰਦੇ। ਪਰ ਇਹਦੇ ਨਾਲ ਸਵਾਲ ਬਹੁਤ ਖੜੇ ਹੋ ਗਏ ਨੇ। ਜਾਂ ਤਾਂ ਇੱਕ ਸਵਾਲ, 2-3 ਜੋ ਪੈਰਲਰ ਚੱਲਦੇ। ਇੱਕ ਸਵਾਲ ਆ ਕਿ ਨਿਹੰਗ ਸਿੰਘ ਜਥੇਬੰਦੀਆਂ ਅੱਜ ਮੁਲਾਕਾਤ ਕਿਉਂ ਕਰ ਰਹੀਆਂ ਨੇ, ਜਦ ਹਜੇ ਤੱਕ ਕਿਸਾਨ ਜਿਨ੍ਹਾਂ ਦਾ ਮੇਨ ਮੁੱਦਾ ਉਹ ਨਹੀਂ ਕਰ ਰਹੇ। ਜੇ ਉਹ ਕਹਿੰਦੇ ਨੇ ਵੀ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਅਸੀਂ ਮੁਲਾਕਾਤ ਕੀਤੀ ਆ, ਅਤੇ ਤੋਮਰ ਨਾਲ ਫਿਰ ਕਿਉਂ ਕੀਤੀ? ਉਹ ਖੇਤੀਬਾੜੀ ਮੰਤਰੀ, ਉਹਦਾ ਤਾਂ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ। ਜੇ ਬੇਅਦਬੀਆਂ ਦੀ ਗੱਲ ਹੈਗੀ ਆ, ਫਿਰ ਉਹ ਹੁਣ ਅੱਜ ਗੱਲ ਕਰ ਰਹੇ ਹਾਂ ਵੀ ਅਸੀਂ ਕਾਨੂੰਨ ਦੇ ਆਧਾਰ 'ਤੇ ਲੜਾਈ ਲੜਦੇ ਹਾਂ। ਫਿਰ ਜੇ ਕਾਨੂੰਨ ਦੇ ਆਧਾਰ ਦੀ ਲੜਾਈ ਸੀ ਤੇ ਫਿਰ ਉਹ ਜਿਹੜਾ ਕਤਲ ਮਾਮਲਾ ਹੋਇਆ, ਫਿਰ ਉਹ ਕਿਹੜੇ ਕਾਨੂੰਨ 'ਚ ਆ ਗਿਆ? ਮਤਲਬ ਜਾਣ ਦੀ ਕਿਉਂ ਲੋੜ ਪਈ? ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਖੋ ਸਾਨੂੰ ਲੱਭਣਾ ਹੀ ਪੈਣਾ, ਕਿਉਂਕਿ ਇਹਦੇ ਨਾਲ ਕੀ ਹੈਗਾ, ਇੱਕ ਪੂਰੀ ਸਿੱਖ ਕੌਮ ਪਿੱਛੇ ਖੜੀ ਤੇ ਕੋਈ ਧਰਮ ਖੜਾ ਪਿੱਛੇ, ਉਹਦੇ ਤੇ ਸਵਾਲ ਉੱਠਣੇ ਸ਼ੁਰੂ ਹੁੰਦੇ ਨੇ। ਜਦ ਉਹ ਚੀਜ਼ ਚਾਹੁੰਦੀ ਸੀ ਕੇਂਦਰ ਸਰਕਾਰ ਧਰਮ ਦਾ ਮੁੱਦਾ ਬਣਾਉਣ ਦਾ, ਉਹ ਕਿਤੇ ਨਾ ਕਿਤੇ ਹੁਣ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ। ਰੰਗਤ ਚੜ੍ਹ ਚੁੱਕੀ ਆ, ਉਹ ਰੰਗਤ ਚੜ੍ਹ ਚੁੱਕੀ ਆ। ਪਰ ਇਹ ਦੇਖਣਾ ਬਾਕੀ ਹੋਵੇਗਾ ਕਿ ਉਹ ਰੰਗਤ ਦੇ ਵਿੱਚ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਪਾਇਆ ਗਿਆ ਹੈ, ਕਿੰਨਾ ਕੁ ਉਹਨੂੰ ਕੀਤਾ ਗਿਆ। ਦੇਖੋ ਅਸੀਂ ਗੱਲ ਕਰ ਲੈਂਦੇ ਹਾਂ, ਬਹੁਤ ਲੋਕ ਗੱਲ ਕਰਦੇ ਵੀ RSS ਨੇ ਮਾੜਾ ਕਰ ਲਿਆ, ਹਿੰਦੂ ਜਥੇਬੰਦੀਆਂ ਮਾੜੀ ਕਰਦੀਆਂ, ਬਹੁਤ ਕੁਛ ਹੋਰ ਕਹਿੰਦੇ ਨੇ। ਪਰ ਉਹ ਆਪਣੀ ਜਗ੍ਹਾ ਸਹੀ ਨੇ, ਉਹ ਆਪਣੇ ਧਰਮ ਦੇ ਪੱਕੇ ਨੇ, ਆਪਣੇ ਧਰਮ ਲਈ ਕੰਮ ਕਰ ਰਹੇ ਨੇ। ਕਮਜ਼ੋਰ ਤਾਂ ਅਸੀਂ ਆ ਨਾ, ਕਮਜ਼ੋਰ ਤਾਂ ਅਸੀਂ ਹੈ,
ਐਸਜੀਪੀਸੀ ਆਪਣਾ ਰੋਲ ਸਹੀ ਨਹੀਂ ਅਦਾ ਕਰਦੀ, ਸਾਡੇ ਜਥੇਦਾਰ ਆਪਣਾ ਰੋਲ ਸਹੀ ਅਦਾ ਨਹੀਂ ਕਰ ਰਹੇ। ਜਦ ਦੀ ਇਹ ਘਟਨਾ ਹੋਈ, ਕੋਈ ਜਥੇਦਾਰ ਕਿਸੇ ਐਸਜੀਪੀਸੀ ਦਾ ਕੋਈ ਵੱਡਾ ਕੋਈ ਚਿੰਤਿਤ ਬਿਆਨ ਆਇਆ, ਕੋਈ ਘਟਨਾ ਨੂੰ ਲੈ ਕੇ ਕੁਛ ਬਰੀਕੀ ਦੇ ਨਾਲ ਕੋਈ ਜਾਣਕਾਰੀ ਗੱਲ ਕੀਤੀ ਗਈ, ਕੁਝ ਹੋਇਆ, ਕਿਤੇ ਕੁਝ ਨਹੀਂ ਬੋਲਦੇ ਨਜ਼ਰ ਆਏ। ਮਤਲਬ ਸਾਡੀ ਜਥੇਬੰਦੀਆਂ ਆਪਣਾ ਰੋਲ ਅਦਾ ਨਹੀਂ ਕਰ ਰਹੀਆਂ ਸਹੀ, ਤੇ ਫਿਰ ਅਸੀਂ ਇਲਜ਼ਾਮ ਲਾਉਂਦੇ ਦੂਜਿਆਂ ਤੇ। ਭਾਈ ਦੂਜਿਆਂ ਦਾ ਕੰਮ ਹੈ, ਉਹ ਤਾਂ ਆਪਣਾ ਇਮਾਨਦਾਰੀ ਨਾਲ ਆਪਣੇ ਧਰਮ ਨੂੰ ਸੇਵਾ ਕਰ ਰਹੇ ਨੇ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਸੂਰਵਾਰ ਹੋ, ਕਸੂਰਵਾਰ ਨਹੀਂ ਹੈਗੇ। ਮਤਲਬ ਇਹ ਸਾਰੀਆਂ ਚੀਜ਼ਾਂ ਖੜੀਆਂ ਨੇ। ਗਈ ਗੱਲ ਫੋਟੋਆਂ ਦੀ, ਫੋਟੋ ਅੱਜ ਵੀ ਉਹ ਤਸਵੀਰ ਬਹੁਤ ਸਾਰੇ ਸਵਾਲ ਚੱਕਦੀਆਂ ਹੈ, ਤਾਂ ਹੈ ਕਾਦੀ, ਫਿਰ ਕਿਹੜੇ ਪਰਪਸ ਦੀ ਹੈਗੀ ਆ, ਫਿਰ ਕਿਉਂ ਹੀ ਮਿਲਣਾ ਪਿਆ, ਤੇ ਫਿਰ ਜੇ ਇਹ ਹੈਗੇ ਸਵਾਲ ਆਮ ਲੋਕਾਂ ਦੇ, ਤੇ ਹੁਣ ਦੂਜੇ ਜਿਹੜੇ ਪੋਲੀਟੀਕਲੀ ਥੋੜ੍ਹੇ ਜਿਹੇ ਲੋਕ ਜੁੜੇ ਆ ਉਹ ਚੱਕਦੇ ਨੇ ਵੀ ਇਹ ਰੰਗਤ ਦਿੱਤੀ ਗਈ ਹੈ ਬੀਜੇਪੀ ਵੱਲੋਂ, ਗੇਮ ਕਲੀਅਰ ਹੋ ਚੁੱਕੀ ਹੈ, ਵੀ ਬੀਜੇਪੀ ਇਹ ਗੇਮ ਚਲਾ ਕੇ ਗਈ ਹੈ ਕਿਸਾਨ ਨੂੰ ਤੋੜਨ ਦੇ ਲਈ। ਪਰ ਰੌਲਾ ਇਸ ਗੱਲ ਦਾ ਹੈ ਕਿ ਆਖਿਰ ਜਦੋਂ ਕਤਲकांड ਹੁੰਦਾ ਜਾਂ ਫਿਰ ਸਿੰਘੂ ਬਾਰਡਰ ਤੇ ਪੂਰੀ ਘਟਨਾ ਹੁੰਦੀ ਹੈ, ਉਸ ਤੋਂ ਬਾਅਦ ਹੀ ਇਹ ਨਿਹੰਗ ਸਿੰਘ ਦੀ ਤਸਵੀਰ ਕਿਉਂ ਵਾਇਰਲ ਹੁੰਦੀ ਹੈ? ਇਹ ਵੱਡਾ ਸਵਾਲ ਹੈ। ਖੇਤੀਬਾੜੀ ਮੰਤਰੀ ਦੇ ਨਾਲ ਪਹਿਲਾਂ ਕਿਉਂ ਨਹੀਂ ਹੁੰਦੀ ਜਦੋਂ ਹੀ ਮੀਟਿੰਗ ਕਰਕੇ ਆਏ ਨੇ, ਜਾਂ ਫਿਰ ਇਸ ਘਟਨਾ ਤੋਂ ਪਹਿਲਾਂ ਕਿਉਂ ਨਹੀਂ ਹੁੰਦੀ? ਇਹ ਵੱਡਾ ਸਵਾਲ। ਦੇਖੋ, ਇੱਕ ਬੀਜੇਪੀ ਲੀਡਰ ਦਾ ਮੈਂ ਬਿਨਾਂ ਨਾਮ ਲਏ ਗੱਲ ਕਹਿਣਾ ਆ, ਬੜੀ ਮੇਰੀ ਸੀਨੀਅਰ ਲੀਡਰ ਨਾਲ ਇੱਕ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਜੀ ਸਾਡੇ ਕੋਲ ਹਰੇਕ ਬੰਦੇ ਦਾ ਹੱਲ ਹੈ, ਜਿੰਨੇ ਵੀ ਧਰਨਿਆਂ 'ਚ ਬੈਠੇ ਆ, ਜਿੰਨੇ ਵੀ ਇਹ ਕੁਝ ਕਰਦੇ ਪਏ ਆ, ਜਿਨ੍ਹਾਂ ਤੋਂ ਅਸੀਂ ਕੰਮ ਲੈਣਾ ਜਾਂ ਜਿਨ੍ਹਾਂ ਤੋਂ ਲੈ ਚੁੱਕੇ ਆ, ਸਾਡੇ ਕੋਲ ਹਰੇਕ ਬੰਦੇ ਦਾ ਹੱਲ ਹੈ। ਕਹਿਣ ਦਾ ਭਾਵ ਹੈ ਵੀ ਕੁਛ ਨਾ ਕੁਛ ਇਹੋ ਜਿਹੇ ਮਸਾਲੇ ਰੱਖੇ ਹੋਣਗੇ ਜਿਹੜੇ ਟਾਈਮਲੀ ਵਰਤੇ। ਹੁਣ ਵਾਇਰਲ ਇਸ ਕਰਕੇ ਕੀਤੀ ਕਿ ਲੋਕ ਸਿੰਪਥੀ ਲੈਣ ਲੱਗ ਗਏ ਸੀ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ, ਉਹ ਸਿੰਪਥੀ ਵੀ ਨਹੀਂ ਦੇਣਾ ਚਾਹੁੰਦੇ, ਬਦਨਾਮ ਵੀ ਕਰਨਾ ਚਾਹੁੰਦੇ ਨੇ ਤਸਵੀਰਵਾਰ। ਇਸ ਨਾਲ ਬੀਜੇਪੀ ਜਾਂ ਤੋਮਰ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਅਗਲਾ ਤਾਂ ਕੋਈ ਵੀ ਬਿਆਨ ਦੇ ਦੂ ਵੀ ਮੈਂ ਤਾਂ ਵੀ ਮਿਲਣ ਲੱਗਿਆ, ਫਰਕ ਤਾਂ ਸਾਡੀ ਇਮੇਜ ਨੂੰ ਪੈਂਦਾ ਪਿਆ ਨਾ, ਸਾਡੀ ਕੌਮ ਨੂੰ ਪੈਣਾ ਨਾ। ਗੱਲ ਤਾਂ ਇਹ ਆ, ਮੈਨੂੰ ਲੱਗਦਾ ਵੀ ਜਲਦ ਤੋਂ ਜਲਦ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਾਹਮਣੇ ਆ ਕੇ ਇਸ ਉੱਤੇ ਪ੍ਰੈਸ ਕਾਨਫਰੰਸ ਕਰ ਦੇਣੀ ਚਾਹੀਦੀ ਆ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਲੈਣਾ ਚਾਹੀਦਾ, ਜਾਂ ਜੋ ਵੀ ਉਹਦੇ ਕੋਲ ਤਸਵੀਰ ਆ ਪੇਸ਼ ਕਰ ਲੈਣੀ ਚਾਹੀਦੀ ਆ, ਜੇ ਉਹ ਸਹੀ ਖੜੇ ਨੇ ਆਪਣੀ ਜਗ੍ਹਾ 'ਤੇ। ਕਿਉਂਕਿ ਇਹਦੇ ਨਾਲ ਹੁਣ ਸਵਾਲ ਜਿੰਨਾ ਟਾਈਮ ਪਵੇਗਾ ਉਨੇ ਸਵਾਲ ਰੇਜ਼ ਹੁੰਦੇ ਜਾਣਗੇ, ਆਡੀਓ ਉਨੀਆਂ ਵਾਇਰਲ ਹੁੰਦੀਆਂ ਜਾਣਗੀਆਂ, ਸਵਾਲ ਬਿਲਕੁਲ ਚੁੱਕਦੇ ਸ਼ੁਰੂ ਹੋਣਗੇ। ਜੇ ਤੁਹਾਡੇ ਕੋਲ ਸਾਰੇ, ਜਿਵੇਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪ੍ਰੂਫ ਆਓ ਤੇ ਅਸੀਂ ਪ੍ਰੈਸ ਤੇ ਪ੍ਰੂਫ ਪੇਸ਼ ਕਰਨੇ ਚਾਹੀਦੇ ਨੇ, ਨਹੀਂ ਤਾਂ ਇਹ ਹੋਰ ਰੂਪ ਲੈ ਜੂਗੀ ਕੋਈ ਗੱਲਬਾਤ। ਹਾਂ, ਇੰਨੀ ਗੱਲ ਜ਼ਰੂਰ ਆ ਵੀ ਪ੍ਰਮਾਤਮਾ ਬੜਾ ਚੰਗਾ ਹੈ ਇਸ ਮੌਕੇ 'ਤੇ, ਜਿੱਥੇ ਵੀ ਹੱਥ ਬਣਾਈ ਰੱਖੇ, ਸਭ ਤੇ ਬਣਾਈ ਰੱਖੇ। ਪਰ ਇੰਨੀ ਗੱਲ ਜ਼ਰੂਰ ਮੈਂ ਬੇਨਤੀ ਕਰਨਾ ਚਾਹੁੰਦਾ ਗੁਰਪ੍ਰੀਤ ਜੀ ਇਸ ਵਕਤ, ਕਿ ਧਰਮ ਨੂੰ ਇਸ ਇੱਦਾਂ ਬਲੀ ਨਾ ਦਿਓ, ਧਰਮ ਨੂੰ ਇੱਦਾਂ ਆੜ 'ਚ ਲੈ ਕੇ ਕੰਮ ਨਾ ਕਰੋ। ਤੇ ਕਿਉਂਕਿ ਜੇ ਤੁਸੀਂ ਇਹ ਚੀਜ਼ਾਂ ਦੇ ਪੈਸਾ ਧਰਮ ਨੂੰ ਭਾਰੀ ਪੈ ਗਿਆ ਨਾ, ਤਾਂ ਨੁਕਸਾਨ ਅੱਗੇ ਆਉਣ ਵਾਲਾ ਬਹੁਤ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਉਹ ਗੁਰੂ ਕੀ ਲਾਡਲੀਆਂ ਫੌਜਾਂ ਦੇ ਰੂਪ ਦੇ ਵਿੱਚ ਜਦੋਂ ਅਜਿਹੇ ਇਲਜ਼ਾਮ ਲੱਗਣ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ। ਇੱਕ ਕੌਮ ਦੇ ਉੱਪਰ ਇਲਜ਼ਾਮ ਲੱਗਣੇ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਉਸੇ ਹਿਸਾਬ ਦੇ ਤੋਂ ਆਪਾਂ ਨੂੰ ਵਿੱਚੋਂ ਕੱਢਿਆ ਸੀ, ਲੇਕਿਨ ਉਹੀ ਜੇਕਰ ਉਹ ਬਾਣੇ ਦੇ ਉੱਪਰ ਇਲਜ਼ਾਮ ਲੱਗਦੇ ਨੇ ਤਾਂ ਕਿਤੇ ਨਾ ਕਿਤੇ ਸਵਾਲਾਂ ਦੇ ਜਵਾਬ ਦੇਣੇ ਬੇਹੱਦ ਲਾਜ਼ਮੀ ਹੁਣ ਬਣ ਗਏ ਨੇ। ਪਰ ਮੈਨੂੰ ਸ਼ਰਮ ਦੀ ਗੱਲ ਇਹ ਹੈਗੀ ਕਿ ਸਾਡੇ ਜਥੇਦਾਰ ਕਿੱਥੇ ਨੇ? ਵੱਡਾ ਸਵਾਲ ਹੈ, ਸਾਡੇ ਜਥੇਦਾਰ ਕਿੱਥੇ? ਸਾਡੀ ਧਾਰਮਿਕ ਸੰਸਥਾ ਐਸਜੀਪੀਸੀ ਕਿੱਥੇ ਆ? ਉਹ ਕਿਉਂ ਨਹੀਂ ਇਸ ਉੱਤੇ ਕੋਈ ਲੈਂਦੀ ਪਈ, ਐਕਸ਼ਨ ਲੈਂਦੀ ਪਈ? ਉਹ ਕਿਉਂ ਨਹੀਂ ਕੋਈ ਗੱਲ ਕਰਨਾ ਚਾਹੁੰਦੀ? ਕਿ ਉਹ ਤਮਾਸ਼ਾ ਦੇਖਣ ਨੂੰ ਬੈਠੇ ਨੇ? ਕਿ ਉਹ ਕਹਿੰਦੇ ਨੇ ਵੀ ਭਾਈ ਆ ਦੋ ਬੰਦੇ ਲੜਦੇ, ਲੜ ਲੈਣ ਤੋਂ, ਫਿਰ ਸਾਡੇ ਕੋਲ ਆ ਜਾਓ, ਫਿਰ ਅਸੀਂ ਦੇਖ ਲਾਂ ਕੀ ਕਰਨਾ, ਫਿਰ ਅਸੀਂ ਆਪਣੀ ਮੋਹਰ ਲਾ ਲਾਂਗੇ, ਜਥੇਦਾਰੀ ਚਮਕਾ ਲਾਂਗੇ। ਹੁਣ ਕਿਉਂ ਨਹੀਂ ਬੋਲਦੇ ਪਏ? ਹੁਣ ਟਾਈਮ ਹੈਗਾ, ਹੁਣ ਬੈਠਣ। ਜੇ ਤੁਹਾਨੂੰ ਲੱਗਦਾ ਹੈ ਸਭ ਤੋਂ ਉੱਚਾ ਸਾਡੇ ਲਈ ਅਕਾਲ ਤਖਤ ਸਾਹਿਬ, ਉਸ ਉੱਤੇ ਕੋਈ ਨਹੀਂ ਹੈਗਾ। ਨਿਹੰਗ ਸਿੰਘ ਜਥੇਬੰਦੀਆਂ ਵੀ ਕਹਿੰਦੀਆਂ, ਕਿਸਾਨ ਵੀ ਸਾਰੇ ਕਹਿੰਦੇ ਆ ਵੀ ਸਭ ਤੋਂ ਉੱਚਾ ਸ੍ਰੀ ਅਕਾਲ ਤਖਤ ਸਾਹਿਬ ਹੈ। ਫਿਰ ਆਓ, ਸੱਦੋ ਉਹਨਾਂ ਨੂੰ, ਉੱਥੇ ਬਿਠਾਓ, ਪਤਾ ਕਰੋ ਵੀ ਕੀ ਸੱਚ ਕੀ ਝੂਠ, ਕਿਉਂ ਇਹ ਸਭ ਕੁਝ ਚੱਲ ਰਿਹਾ। ਫਿਰ ਇਹਨਾਂ ਨੂੰ ਕਿਉਂ ਸੰਪਰਕ, ਬਾਕੀਆਂ ਨੂੰ ਕਿਉਂ ਸੰਪਰਕ ਨਹੀਂ? ਬਹੁਤ ਸਾਰੇ ਸਵਾਲ ਨੇ ਜਿਹੜੇ ਲੈਣੇ ਪੈਣਗੇ। ਹੁਣ ਇਸ ਦੇ ਉੱਤੇ ਕੀ ਹੈਗਾ, ਜੇਕਰ ਕਿਸੇ ਨੇ ਜ਼ਿੰਮੇਵਾਰੀ ਲੈ ਕੇ ਇਸ ਦੇ ਉੱਤੇ ਨਹੀਂ ਪੜਤਾਲ ਕੀਤੀ, ਤਾਂ ਹਰ ਇੱਕ ਜਥੇਬੰਦੀ, ਹਰ ਇੱਕ ਧਰਮ ਦਾ ਆਪੋ ਆਪਣੇ ਤਰੀਕੇ ਨਾਲ ਉੱਠ ਕੇ ਇਸ ਉੱਤੇ ਬਿਆਨ ਦੇਵੇਗਾ। ਅੱਗ 'ਚ ਘਿਓ ਦਾ ਕੰਮ ਉਹ ਹੋਵੇਗਾ, ਤੇ ਭਾਂਬੜ ਜਿਹੜਾ ਮੱਚੇਗਾ, ਭਾਂਬੜ ਸਾਨੂੰ ਵੀ ਲੈ ਬੈਠੇਗਾ। ਇਹ ਇੰਪੋਰਟੈਂਟ। ਧੰਨਵਾਦ ਜਸਪ੍ਰੀਤ ਜੀ, ਗੱਲਬਾਤ ਕਰ ਥੈਂਕ ਯੂ ਵੈਰੀ ਮਚ। ਬਹੁਤ ਤਫਸੀਲ ਦੇ ਨਾਲ ਗੱਲਬਾਤ ਸਾਂਝੀ ਕੀਤੀ ਜਸਪ੍ਰੀਤ ਹੋਰਾਂ ਨੇ, ਤੇ ਇਹ ਵੀ ਗੱਲਬਾਤ ਬਹੁਤ ਅਹਿਮ ਤੇ ਖਾਸ ਹੈ ਕਿ ਜੇਕਰ ਸਮੇਂ ਸਿਰ ਨਾ ਪੜਚੋਲਿਆ ਗਿਆ ਪੂਰੇ ਮਾਮਲੇ ਨੂੰ ਤਾਂ ਫਿਰ ਕਈ ਤਰ੍ਹਾਂ ਦੇ ਸਵਾਲ ਖੜੇ ਹੋਣੇ ਨੇ। ਕਿਉਂਕਿ ਹੁਣ ਜੋ ਵਾਇਰਲ ਹੋ ਰਹੀਆਂ ਨੇ ਤਸਵੀਰਾਂ, ਜੋ ਆਡੀਓ ਵਾਇਰਲ ਹੋ ਰਹੀਆਂ ਨੇ, ਉਸ ਤੋਂ ਬਾਅਦ ਇੱਕ ਕੌਮ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਇਹ ਬਿਲਕੁਲ ਜੋ ਹੈ ਬਾਬਾ ਅਮਨ ਸਿੰਘ ਉਹਨਾਂ ਨੂੰ ਜੋ ਕਲੀਅਰ ਕਰਨੀ ਪੈਣੀ ਹੈ ਗੱਲ, ਕਿ ਆਖਿਰ ਕਿਸ ਸੰਦਰਭ ਦੇ ਵਿੱਚ ਮੁਲਾਕਾਤ ਹੋਈ, ਨਰਿੰਦਰ ਸਿੰਘ ਤੋਮਰ ਹੋਰਾਂ ਦੇ ਨਾਲ ਕਿਉਂ ਮੁਲਾਕਾਤ ਹੋਈ। ਜੇਕਰ ਬੇਅਦਬੀ ਵਾਲੇ ਮਸਲੇ ਤੇ ਵੀ ਹੋਈ ਹੈ ਤਾਂ ਫਿਰ ਉਹਨਾਂ ਨੂੰ ਇਹ ਕਿਉਂ ਚੁਣਿਆ ਗਿਆ, ਜਾਂ ਫਿਰ ਪਿੰਕੀ ਦਾ ਉੱਥੇ ਕੀ ਰੋਲ ਸੀ, ਜੋ ਪਿੱਛੇ ਫੋਟੋ 'ਚ ਖੜਾ, ਜਿਸ ਦਾ ਸਿੱਖ ਕੌਮ ਦੇ ਖਿਲਾਫ ਜੋ ਆ ਕਾਫੀ ਚਰਚਾ 'ਚ ਨਾਮ ਰਿਹਾ। ਤਾਂ ਬਹੁਤ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬਰੀਕੀ ਦੇ ਨਾਲ ਸੋਚਣ ਸਮਝਣ ਦੀ ਲੋੜ ਹੈ, ਕਿਉਂਕਿ ਜਦੋਂ ਦਾ ਕਿਸਾਨੀ ਅੰਦੋਲਨ ਚੱਲਿਆ ਉਸ ਤੋਂ ਬਾਅਦ ਪੰਜਾਬ ਖਾਸ ਤੌਰ 'ਤੇ ਟਾਰਗੇਟ ਹੈ, ਇੱਕ ਕੌਮ ਖਾਸ ਤੌਰ 'ਤੇ ਟਾਰਗੇਟ ਹੈ। ਜੇਕਰ ਉਸ ਚੀਜ਼ ਨੂੰ ਤਰੀਕੇ ਦੇ ਨਾਲ ਨਾ ਸਮਝਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਨਸੂਬੇ ਨੇ ਉਹ ਕਾਮਯਾਬ ਨਾ ਹੋਣ। ਹਾਲਾਂਕਿ ਲੇਕਿਨ ਅਜਿਹਾ ਲੱਗ ਰਿਹਾ, ਅਜਿਹਾ ਪ੍ਰਤੀਤ ਹੋ ਰਿਹਾ ਕਿ ਜਿਹੋ ਜਿਹਾ ਮਨਸੂਬੇ ਨਾਲ ਚੱਲਿਆ ਜਾ ਰਿਹਾ ਤਾਂ ਉਸ ਤੋਂ ਬਾਅਦ ਸ਼ਾਇਦ ਆਪਸੀ ਜੋ ਲੜਾਈ ਆ ਉਸ ਨੂੰ
ਹੋਰ ਕਿਵੇਂ ਲੜਾਇਆ ਜਾਵੇ, ਇਸ ਵੱਲ ਪਾਸੇ ਵਧਿਆ ਜਾ ਰਿਹਾ। ਲੇਕਿਨ ਸਭ ਨੂੰ ਸਮਝਣਾ ਪੈਣਾ, ਭਾਵੇਂ ਉਹ ਕਿਸਾਨ ਜਥੇਬੰਦੀਆਂ ਨੇ, ਭਾਵੇਂ ਆਮ ਲੋਕ ਨੇ ਜਾਂ ਭਾਵੇਂ ਨਿਹੰਗ ਸਿੰਘ ਨੇ, ਤਾਂ ਸਾਰਿਆਂ ਨੂੰ ਗੱਲ ਸਮਝਣੀ ਪੈਣੀ ਹੈ ਕਿ ਜਦੋਂ ਕਿਸੇ ਦੇ ਘਰ ਲੜਾਈ ਹੁੰਦੀ ਹੈ ਤਾਂ ਗੁਆਂਢੀ ਤਾਂ ਤਮਾਸ਼ਾ ਦੇਖਦੇ ਹੀ ਹੁੰਦੇ ਨੇ, ਤਾਂ ਆਪਾਂ ਨੇ ਦੇਖਣਾ ਕਿ ਆਪਾਂ ਆਪਣੇ ਘਰ ਦੇ ਵਿੱਚ ਲੜਾਈ ਨੂੰ ਕਿਵੇਂ ਸੌਟ ਆਊਟ ਕਰਨਾ, ਕਿਵੇਂ ਹੈਂਡਲ ਕਰਨਾ, ਕਿਉਂਕਿ ਇਹ ਇੱਕ ਅਜਿਹੀ ਲੜਾਈ ਹੁਣ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਇੱਕ ਧਰਮ ਦੇ ਆਧਾਰ ਤੇ ਲੜਾਉਣ ਦੀਆਂ ਕੋਸ਼ਿਸ਼ਾਂ ਜੋ ਕੀਤੀਆਂ ਜਾ ਰਹੀਆਂ ਨੇ। ਜੇਕਰ ਆਪਾਂ ਖੁਦ ਉਸ ਚੀਜ਼ ਨੂੰ ਨਾ ਸਮਝਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜੋ ਗੁਰੂ ਪਾਤਸ਼ਾਹ ਜੀ ਨੇ ਇੰਨਾ ਵੱਡਾ ਬਲੀਦਾਨ ਦੇ ਕੇ ਸਾਨੂੰ ਇੱਕ ਕਹਿ ਸਕਦੇ ਇੱਕ ਕੌਮ ਪ੍ਰਤੀ ਸਾਜਿਆ ਗਿਆ, ਤਾਂ ਉਸ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਣਗੇ। ਸੋ ਇਹੀ ਬੇਨਤੀ ਹੈ ਕਿ ਧਰਮ ਦੇ ਆਧਾਰ ਤੇ ਨਾ ਧਰਮ ਨੂੰ ਨਾ ਆੜ ਬਣਾਇਆ ਜਾਵੇ, ਲੇਕਿਨ ਜੋ ਚੀਜ਼ ਜੋ ਅਸਲੀਅਤ ਹੈ ਕਿਸੇ ਸੰਦਰਭ ਦੇ ਵਿੱਚ ਮੁਲਾਕਾਤ ਹੋਈ ਉਸ ਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ। ਕਿਉਂ ਮੁਲਾਕਾਤ ਹੋਈ ਇਹ ਵੀ ਕਲੀਅਰ ਕਰਨਾ ਚਾਹੀਦਾ, ਕਦੋਂ ਹੋਈ ਇਹ ਵੀ ਕਲੀਅਰ ਕਰਨਾ ਚਾਹੀਦਾ, ਕਿਉਂਕਿ ਇਹ ਉਸ ਵਕਤ ਹੋਇਆ, ਉਸ ਵਕਤ ਵੀਡੀਓ ਵਾਇਰਲ ਹੋਈਆਂ ਨੇ, ਉਸ ਵਕਤ ਤਸਵੀਰਾਂ ਵਾਇਰਲ ਹੋਈਆਂ ਨੇ ਜਦੋਂ ਸਿੰਘੂ ਬਾਰਡਰ ਕਤਲकांड ਹੁੰਦਾ ਜਾਂ ਫਿਰ ਕਿਸਾਨਾਂ ਦਾ ਮਸਲਾ ਚੱਲਦਾ। ਤੇ ਸਿੱਧੇ ਤੌਰ ਤੇ ਜੇਕਰ ਇਸ ਗੱਲ ਨੂੰ ਸਮਝਿਆ ਜਾਵੇ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮਿਲਣਾ ਕਿਤੇ ਨਾ ਕਿਤੇ ਕਿਸਾਨਾਂ ਦੀ ਆੜ 'ਚ ਮਿਲੇ ਨੇ, ਜਾਂ ਫਿਰ ਕਿਸਾਨਾਂ ਦੇ ਮਾਮਲੇ ਨੂੰ ਸੁਲਝਾਉਣ ਦੇ ਲਈ ਮਿਲੇ ਨੇ, ਜਾਂ ਫਿਰ ਕੋਈ ਹੋਰ ਮਾਮਲਾ ਹੈ ਜਿਸ ਦੇ ਪ੍ਰਤੀ ਉਹ ਮਿਲੇ ਨੇ, ਉਹਨਾਂ ਨੂੰ ਸਾਰੀ ਗੱਲ ਨੂੰ ਕਲੀਅਰ ਕਰਨਾ ਚਾਹੀਦਾ। ਤਾਂ ਹੀ ਅਸਲ ਦੇ ਵਿੱਚ ਲੋਕਾਂ ਦੇ ਜ਼ਿਹਨ ਦੇ ਵਿੱਚ ਜੋ ਸਵਾਲ ਨੇ ਉਹੀ ਕਲੀਅਰ ਹੋ ਪਾਉਣਗੇ, ਕਿਉਂਕਿ ਹੁਣ ਤੱਕ ਤਾਂ ਕਾਫੀ ਬਹੁਤ ਵੱਡੀ ਗਿਣਤੀ ਦੇ ਵਿੱਚ, ਵੱਡੀ ਤਾਦਾਦ ਦੇ ਵਿੱਚ ਜੋ ਚੀਜ਼ਾਂ ਹੁਣ ਉਜਾਗਰ ਹੋ ਰਹੀਆਂ ਨੇ, ਜਾਂ ਫਿਰ ਸੋਸ਼ਲ ਮੀਡੀਆ 'ਤੇ ਜਿਸ ਹਿਸਾਬ ਦੇ ਨਾਲ ਸਵਾਲ ਇੱਕ ਕੁਐਸਚਨ ਮਾਰਕ ਖੜਾ ਹੋ ਰਿਹਾ, ਹਰੇਕ ਦੀ ਇਹ ਵਾਲ ਦੇ ਉੱਪਰ ਕੁਐਸਚਨ ਮਾਰਕ ਖੜਾ ਹੋ ਰਿਹਾ, ਉਹਨੂੰ ਜੇਕਰ ਜਲਦੀ ਫੁੱਲ ਸਟਾਪ ਦੇ ਵਿੱਚ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਏਜੰਸੀਆਂ ਦੇ ਜੋ ਮਨਸੂਬੇ ਨੇ ਉਹ ਜ਼ਰੂਰ ਜਨਤਕ ਹੋ ਸਕਦੇ ਨੇ, ਜਾਂ ਫਿਰ ਉਹ ਜ਼ਰੂਰ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋ ਸਕਦੇ ਨੇ। ਸੋ ਇਹੀ ਚੀਜ਼ ਹੈ ਕਿ ਬਹੁਤ ਬਰੀਕੀ ਦੇ ਨਾਲ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ, ਸੋਚਣ ਦੀ ਲੋੜ ਹੈ, ਕਿਉਂਕਿ ਕਿਸਾਨੀ ਅੰਦੋਲਨ ਜਿੱਥੇ ਇੱਕ ਪਾਸੇ ਚੱਲ ਰਿਹਾ ਤਾਂ ਦੂਸਰੇ ਪਾਸੇ ਹੁਣ ਕੌਮ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ, ਗੁਰੂ ਕੀ ਲਾਡਲੀਆਂ ਫੌਜਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਸੋ ਲਗਾਤਾਰ ਅਪਡੇਟ ਦੇ ਰਹੇ ਹਾਂ ਤੁਹਾਨੂੰ, ਪੂਰੇ ਮਾਮਲੇ ਸੰਬੰਧੀ ਹੁਣ ਪਹਿਲਾਂ ਵੀ ਦਿੱਤੀ ਹੈ ਤੇ ਅੱਗੇ ਵੀ ਦਿੰਦੇ ਰਹਾਂਗੇ, ਤੇ ਪੂਰੇ ਮਾਮਲੇ ਤੇ ਸਾਡੀ ਨਜ਼ਰ ਬਣੀ ਹੋਈ ਹੈ ਕਿ ਆਖਿਰ ਅਸਲ ਤਸਵੀਰ ਕੀ ਹੈ ਜੋ ਘੜੀ ਜਾ ਰਹੀ ਹੈ, ਜਾਂ ਫਿਰ ਕਿਉਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਕਿਉਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ। ਲਗਾਤਾਰ ਸਾਡੀ ਨਜ਼ਰ ਬਣੀ ਹੋਈ ਹੈ ਤੇ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਂਦੇ ਰਹਾਂਗੇ।